ਸੋ ਭਲਿਓ ਆਪਣਾ ਰੱਬ ਦਾ ਸ਼ੁਕਰ ਕਰੀਏ। ਐਸਾ ਰੱਬ ਜਿਹੜਾ ਬੋਲਦਾ ਹੈ, ਗੱਲਾਂ ਕਰਦਾ ਹੈ, ਤੇ ਸ਼ੁਕਰ ਕਰਨੇ ਆ ਕਿ ਸਾਨੂੰ ਉਸ ਦੀਆਂ ਗੱਲਾਂ ਨੂੰ ਸੁਣਨ ਦਾ ਮੌਕਾ ਮਿਲਦਾ ਹੈ। ਤੇ ਜੇਕਰ ਮੌਕਾ ਮਿਲਦਾ ਹੈ ਤੇ ਉਹਦੀਆਂ ਗੱਲਾਂ ਨੂੰ ਬੜੀ ਗੌਰ ਨਾਲ, ਤਵੱਜਾ ਨਾਲ, ਧਿਆਨ ਨਾਲ ਸੁਣੀਏ। ਇਸ ਤੋਂ ਪਹਿਲਾਂ ਕਿ ਉਹਦੀਆਂ ਗੱਲਾਂ ਸੁਣੀਏ, ਮੇਰੀ ਤਰਫੋਂ, ਮੇਰੇ ਬੱਚਿਆਂ ਦੀ ਤਰਫੋਂ, ਨੀਦਰਲੈਂਡ ਦੀ ਕਲੀਸਿਆ ਦੀ ਤਰਫੋਂ ਤੇ ਸਾਰੇ ਸੁਣਨ ਵਾਲਿਆਂ ਨੂੰ ਸਲਾਮ ਪਹੁੰਚੇ। ਤੇ ਜੋ ਕੁਝ ਅਸੀਂ ਗੱਲਾਂ ਅੱਜ ਸੁਣਨ ਵਾਲੇ ਹਾਂ ਉਹ ਇਹ ਕੁਲਸੀਓਂ 2 ਬਾਬ ਉਹਦੀ 6 ਤੇ 7 ਐਤ। ਰਸੂਲ ਕਹਿੰਦਾ, ਜਿਸ ਤਰ੍ਹਾਂ ਤੁਸੀਂ ਮਸੀਹ ਯਸੂ ਨੂੰ ਕਬੂਲ ਕੀਤਾ ਹੈ ਉਸੇ ਤਰ੍ਹਾਂ ਉਹਦੇ ਵਿੱਚ ਚੱਲਦੇ ਵੀ ਰਹੋ। ਉਹਦੇ ਵਿੱਚ ਚੱਲਦੇ ਰਹੋ ਤੇ ਫਿਰ ਜੜ ਫੜੋ ਤੇ ਤਮੀਰ ਹੁੰਦੇ ਜਾਓ। ਮੈਂ ਕੱਲ ਹੀ ਕੁਝ ਪੌਦੇ ਲਾਏ ਨੇ ਤੇ ਜਿਸ ਵੇਲੇ ਪੌਦੇ ਲਾਏ ਨੇ ਤੇ ਉਹਨਾਂ ਪੌਦਿਆਂ ਨੇ ਸਿਰ ਸਿੱਟਿਆ ਹੋਇਆ ਸੀ, ਕਿਉਂਕਿ ਥੋੜਾ ਬਹੁਤਾ ਮੈਂ ਇੱਥੇ ਕਰ ਲੈਣਾ ਮਾੜਾ ਮੋਟਾ ਕੰਮ, ਫਸਲ ਲਾ ਲੈਣਾ। ਕੱਲ ਮੈਂ ਮਿਰਚਾਂ ਦੇ ਪੌਦੇ ਲਾਉਣ ਡਿਆ ਸੀ ਤੇ ਕੁਝ ਦੇਰ ਬਾਅਦ ਉਹਨਾਂ ਨੇ ਫਿਰ ਸੁਰਤ ਫੜ ਲਈ, ਕਿਉਂਕਿ ਉਹ ਜੜ ਨੇ ਮਿੱਟੀ ਨੂੰ ਕਬੂਲ ਕਰ ਲਿਆ। ਇਸੇ ਤਰ੍ਹਾਂ ਹੀ ਅਸੀਂ ਖੁਦਾ ਦੇ ਵਿੱਚ ਵੀ ਜਦੋਂ ਮਸੀਹ ਯਸੂ ਨੂੰ ਕਬੂਲ ਕਰਨੇ ਆ ਤੇ ਉਹਦੇ ਵਿੱਚ ਫਿਰ ਚੱਲਣ ਦੀ ਜ਼ਰੂਰਤ ਹੈ, ਚੱਲਣ ਦੀ। ਕਿਉਂਕਿ ਬਾਈਬਲ ਦੇ ਵਿੱਚ ਜ਼ਿਕਰ ਮਿਲਦਾ ਹੈ ਕਿ ਤੁਸੀਂ ਪੁੱਤਰ ਹੋ ਤੇ ਮੇਰੇ ਪੁੱਤਰ ਦਾ ਰੂਹ ਤੁਹਾਡੇ ਦਿਲਾਂ 'ਚ। ਗਲਤੀਓਂ 4 ਬਾਬ 6 ਐਤ। ਮੇਰੇ ਪੁੱਤਰ ਦਾ ਰੂਹ ਤੁਹਾਡੇ ਦਿਲਾਂ ਦੇ ਵਿੱਚ ਵਾ, ਇਸੇ ਕਰਕੇ ਤੁਸੀਂ ਅੱਬਾ ਯਾਨੀ ਬਾਪ ਕਹਿ ਕੇ ਪੁਕਾਰਦੇ ਹੋ। ਤੇ ਉਹਦਾ ਪੁੱਤਰ ਲੂਕਾ ਦੀ ਅੰਜੀਲ 13 ਬਾਬ ਤੇ 22 ਐਤ ਨੂੰ ਪੜ੍ਹੀਏ ਤੇ ਲਿਖਿਆ ਮਿਲਦਾ ਹੈ ਕਿ ਉਹ ਪਿੰਡ ਪਿੰਡ ਤੇ ਸ਼ਹਿਰ ਸ਼ਹਿਰ ਮਨਾਦੀ ਕਰਦਾ ਸੀ, ਤਾਲੀਮ ਦਿੰਦਾ ਸੀ। ਸਾਨੂੰ ਵੀ ਇਸ ਤਰ੍ਹਾਂ ਚੱਲਣਾ ਹੈ। ਮਸੀਹ ਯਸੂ ਨੂੰ ਕਬੂਲ ਕੀਤਾ ਹੈ ਤੇ ਫਿਰ ਉਹਦੇ ਵਿੱਚ ਚੱਲਣਾ ਹੈ, ਉਹਦੇ ਖਾਦਮ ਬਣਨਾ ਹੈ। ਯਹੋਨਾ 12 ਬਾਬ 26 ਐਤ 'ਚ ਲਿਖਿਆ ਹੈ, ਅਗਰ ਕੋਈ ਮੇਰੇ ਪਿੱਛੇ ਚੱਲਦਾ ਹੈ ਮੇਰਾ ਖਾਦਮ ਬਣੇ ਫਿਰ। ਤੇ ਜੇਕਰ ਮੇਰਾ ਖਾਦਮ ਹੈ ਤੇ ਜਿੱਥੇ ਫਿਰ ਮੈਂ ਹੋਵਾਂਗਾ ਉੱਥੇ ਹੀ ਮੇਰਾ ਖਾਦਮ ਹੋਵੇਗਾ। ਮੇਰਾ ਬਾਪ ਉਸ ਦੀ ਬੜੀ ਇੱਜ਼ਤ ਕਰੇਗਾ। ਕਿਸ ਦੀ? ਜਿਸ ਨੇ ਮਸੀਹ ਯਸੂ ਵਿੱਚ ਜੜ ਫੜ ਲਈ ਤੇ ਪੁਸਤ ਹੋ ਗਿਆ ਤੇ ਖੁਦਾ 'ਚ ਵਧਿਆ। ਤੇ ਨਾ ਸਿਰਫ ਤਾਲੀਮ ਪਾਈ ਬਲਕਿ ਫਿਰ ਤਾਲੀਮ ਦਿੱਤੀ ਵੀ। ਕਿਆ ਖੁਦਾਵੰਦ ਯਿਸੂ ਮਸੀਹ ਜਿਸ ਵੇਲੇ ਅਸਮਾਨ ਤੇ ਚਲਾ ਗਿਆ ਹੈ ਤੇ ਉਹ ਤੇ 11 ਨੂੰ ਮਿਲ ਕੇ ਮਰਕਸ ਦੀ ਅੰਜੀਲ 16 ਬਾਬ 14 ਤੋਂ ਪੜ੍ਹੀਏ ਤੇ 11 ਸ਼ਾਗਿਰਦ ਖਾਣਾ ਖਾਣ ਬੈਠੇ ਸੀ। ਉਹਨਾਂ ਦੇ ਕੋਲ ਜਦੋਂ ਗਿਆ ਹੈ ਤੇ ਉਹਨਾਂ ਨੂੰ ਮਲਾਮਤ ਕੀਤੀ ਤੇ ਨਸੀਹਤ ਕੀਤੀ ਤੇ ਆਖਿਆ 15 'ਚ ਕਿ ਉੱਠੋ, ਸਾਰੀ ਖਲਕ ਦੇ ਸਾਹਮਣੇ ਅੰਜੀਲ ਦੀ ਮਨਾਦੀ ਕਰਿਓ, ਮਨਾਦੀ ਕਰਿਓ। ਸੋ ਬਈ ਮਨਾਦੀ ਕਰਨਾ, ਚੱਲਣਾ, ਮਨਾਦੀ ਕਰਨਾ, ਇਹ ਹੈ ਚੱਲਣ। ਜੜ ਫੜਨਾ, ਉਹਦੇ 'ਚ ਵਧਣਾ, ਈਮਾਨ ਦੇ ਵਿੱਚ ਮਜ਼ਬੂਤ ਹੋਣਾ ਤੇ ਫਿਰ ਖੂਬ ਸ਼ੁਕਰਗੁਜ਼ਾਰੀ ਕਰਨੀ। ਬਾਜ਼ ਲੋਕ ਦੇਖੋ ਦੇਖੀ ਕਬੂਲ ਕਰ ਲੈਂਦੇ ਆ ਪਰ ਚੱਲਦੇ ਨਹੀਂ। ਪਿਛਲੇ ਦਿਨਾਂ 'ਚ ਜਦੋਂ ਕਰੋਨਾ ਦਾ ਬੜਾ ਨਵਾਂ ਜ਼ੋਰ ਸੀਗਾ, ਇੰਨੇ ਕੁ ਲੋਕਾਂ ਨੇ ਕਬੂਲ ਕੀਤਾ, ਇੰਨੇ ਕੁ ਲੋਕਾਂ ਨੇ ਬਪਤਿਸਮੇ ਲਏ, ਸਿਰਫ ਕਰੋਨਾ ਤੋਂ ਡਰਦੇ ਆ, ਬਾਈਬਲ ਤੋਂ ਡਰਦੇ ਆ ਨਹੀਂ, ਕਰੋਨਾ ਤੋਂ ਡਰਦੇ ਆ। ਉਹ ਬਾਈਬਲ 'ਚ ਤੇ ਭਰਾਓ ਲਿਖਿਆ, ਜਿਸ ਤਰ੍ਹਾਂ ਤੁਸੀਂ ਮਸੀਹ ਯਸੂ ਨੂੰ ਕਬੂਲ ਕੀਤਾ ਉਸ ਤਰ੍ਹਾਂ ਉਹਦੇ ਵਿੱਚ ਚੱਲਣਾ ਵੀ ਹੈ। ਚੱਲਣਾ, ਤਾਲੀਮ ਪਾਉਣੀ ਤੇ ਤਾਲੀਮ ਦੇਣੀ। ਰਸੂਲਾਂ ਦੇ ਇਮਾਲ
7 ਬਾਬ, ਸੌਰੀ 6 ਬਾਬ, ਰਸੂਲਾਂ ਦੇ ਅਮਾਲ 6 ਬਾਬ 7 ਐਤ ਨੂੰ ਪੜ੍ਹੀਏ ਤੇ ਰਸੂਲ ਫਿਰ ਚੱਲੇ ਨੇ। ਉਹਨਾਂ ਦਾ ਚੱਲਣ ਦਾ ਮਕਸਦ ਕੀ ਸੀ? ਲਿਖਿਆ ਏ ਉਹਨਾਂ ਯਰੂਸ਼ਲਮ ਦੇ ਵਿੱਚ ਤਾਲੀਮ ਨੂੰ ਫੈਲਾਇਆ, ਤਾਲੀਮ ਨੂੰ। ਇਹ ਉਹ ਚੱਲੇ ਨੇ ਬਈ। ਯਰੂਸ਼ਲਮ ਦੇ ਵਿੱਚ ਖੁਦਾਵੰਦ ਦਾ ਕਲਾਮ ਫੈਲਦਾ ਗਿਆ, ਫੈਲਦਾ ਗਿਆ। ਉੱਥੇ ਫਿਰ ਸ਼ਾਗਿਰਦਾਂ ਦਾ ਸ਼ੁਮਾਰ ਬਹੁਤ ਹੀ ਵੱਧਦਾ ਗਿਆ ਤੇ ਫਿਰ ਕਾਹਨਾਂ ਦੀ ਬੜੀ ਗਰੋਹ ਦੀਨ ਦੇ ਤਹਿਤ ਵਿੱਚ ਹੋ ਗਈ। ਖੁਦਾਵੰਦ ਯਿਸੂ ਮਸੀਹ ਨੇ ਇੱਕ ਗੱਲ ਕਹੀ। ਉਹਨੇ ਆਖਿਆ, ਇੱਕ ਬੰਦਾ ਦੂਰ ਦਰਾਡੇ ਮੁਲਕ ਨੂੰ ਗਿਆ ਤੇ ਆਣ ਕੇ ਹਿਸਾਬ ਲੈਣ ਲੱਗਾ, ਪੁੱਛਣ ਲੱਗਾ। ਤੇ ਜਿਸ ਵੇਲੇ ਪੁੱਛਣ ਲੱਗਾ, ਹਾਂ ਬਈ, ਪੰਜਾਂ ਵਾਲੇ ਨੂੰ ਆਖਿਆ ਤੂੰ ਕੀ ਕੁਝ ਕੀਤਾ ਈ? ਕਿਉਂਕਿ ਬਾਈਬਲ ਨੂੰ ਪੜ੍ਹੀਏ, ਇਫਸੀਓਂ 4 ਬਾਬ 7 ਚ ਲਿਖਿਆ ਏ ਕਿ ਉਸਨੇ ਹਰ ਬੰਦੇ ਉੱਤੇ ਆਪਣਾ ਫਜ਼ਲ ਕੀਤਾ ਹੈ ਤੇ ਉਹਦੀ ਲਿਆਕਤ ਦੇ ਮੁਤਾਬਕ ਕੀਤਾ ਹੈ। ਹੁਣ ਪਹਿਲੇ ਨੂੰ ਜੇ ਤੇ ਬਹੁਤਾ ਫਜ਼ਲ ਕੀਤਾ ਸੀ, ਜਿਹਨੂੰ 5 ਤੋੜੇ ਦੇ ਕੇ ਗਿਆ ਸੀ, ਉਹਨੂੰ ਬੁਲਾਇਆ ਤੇ ਪੁੱਛਿਆ, ਹਾਂ ਬਈ ਕੀ ਕੁਝ ਕੀਤਾ ਈ? ਇਹ ਤੇਰੇ ਜੀ 5 ਨਾਲ 5 ਕਮਾਲ ਹੈ। ਉਹਨੇ ਆਖਿਆ, ਤੂੰ 10 ਸ਼ਹਿਰਾਂ ਤੇ ਮੁਖਤਾਰ ਹੋਵੇਂਗਾ। ਦੂਸਰੇ ਨੂੰ ਪੁੱਛਿਆ, ਤੂੰ ਕੀ ਕੀਤਾ ਈ? 2 ਦੇ ਕੇ ਗਏ ਸੀ ਜੀ, ਤੁਸੀਂ 2 ਨਾਲ 2 ਕਮਾ ਲਏ ਨੇ। ਉਹਨੇ ਆਖਿਆ, ਸ਼ਾਬਾਸ਼, ਤੂੰ 4 ਸ਼ਹਿਰਾਂ ਤੇ ਮੁਖਤਾਰ ਹੋਵੇਂਗਾ। ਤੀਜੇ ਨੂੰ ਪੁੱਛਿਆ, ਤੂੰ ਕੀ ਕੀਤਾ ਈ? 13 ਤੋੜਾ ਜੀ ਜ਼ਮੀਨ 'ਚ ਦਬਾਤਾ, ਰਮਾਲ 'ਚ ਮੰਨਿਆ, ਜ਼ਮੀਨ 'ਚ ਦਬਾਤਾ ਏ ਤੇ ਆਪਣਾ ਲੈ ਲਓ। ਤੇ ਉਹਨੂੰ ਹੁਕਮ ਮਿਲਿਆ, ਇਹਦੇ ਕੋਲ ਲੈ ਲਓ ਤੇ ਉਹਨੂੰ ਦੇ ਦਿਓ ਜਿਹਦੇ ਕੋਲ 10 ਨੇ, ਤਾਂ ਕਿ ਉਹਦੇ ਕੋਲ 11 ਹੋ ਜਾਣ ਤੇ ਇਹਨੂੰ ਉੱਥੇ ਸਿੱਟ ਦਿਓ ਜਿੱਥੇ ਰੋਣਾ ਤੇ ਦੰਦਾਂ ਦਾ ਪੀਸਣਾ ਹੈ। ਬਈ ਤੂੰ ਕਿਉਂ ਨਾ ਵਧਿਆ? ਮਿੱਟੀ 'ਚ ਦਬਾਤਾ। ਅਸੀਂ ਜਿਸ ਵੇਲੇ ਖੁਦਾ ਦੇ ਕਲਾਮ ਦੇ ਵਿੱਚੋਂ ਪਹਿਲਾ ਸੈਮੂਅਲ 3 ਬਾਬ ਉਹਦੀ 18 ਐਤ ਤੋਂ ਪੜ੍ਹਨੇ ਆ। ਸੈਮੂਅਲ ਨੇ ਰੱਤੀ ਗੱਲ ਏਲੀਕਾਹ ਨੂੰ ਦੱਸੀ ਤੇ ਕੁਝ ਵੀ ਨਹੀਂ ਛੁਪਾਇਆ। ਤੇ ਫਿਰ ਏਲੀ ਕਹਿਣ ਲੱਗਾ, ਖੁਦਾਵੰਦ ਜੋ ਕਰਦਾ ਏ ਕਿਉਂਕਿ ਉਹ ਭਲਾ ਏ। ਤੇ 19 ਐਤ ਦੱਸਦੀ ਏ ਕਿ ਸੈਮੂਅਲ ਵੱਡਾ ਹੁੰਦਾ ਗਿਆ ਤੇ ਉਸਨੇ ਉਸਦੀ ਕਿਸੇ ਗੱਲ ਨੂੰ ਵੀ ਮਿੱਟੀ 'ਚ ਮਿਲਣ ਨਹੀਂ ਦਿੱਤਾ। ਸੋ ਸੈਮੂਅਲ ਵੱਡਾ ਹੁੰਦਾ ਗਿਆ ਤੇ ਉਸਨੇ ਉਹਦੀਆਂ ਗੱਲਾਂ ਦੇ ਵਿੱਚੋਂ ਕਿਸੇ ਗੱਲ ਨੂੰ ਵੀ ਮਿੱਟੀ 'ਚ ਮਿਲਣ ਨਹੀਂ ਦਿੱਤਾ। ਤੇ ਬਣੀ ਇਸਰਾਈਲ ਨੂੰ ਦਾਨ ਤੋਂ ਲੈ ਕੇ ਬਹਿਰੇ ਸਭਾ ਤੱਕ ਪਤਾ ਚੱਲ ਗਿਆ ਕਿ ਸੈਮੂਅਲ ਖੁਦਾਵੰਦ ਦਾ ਨਬੀ ਏ। ਕਿਸ ਤਰ੍ਹਾਂ ਪਤਾ ਚੱਲਿਆ ਵੀ ਇਹ ਨਬੀ ਏ? ਕਿਉਂਕਿ ਉਹਨੇ ਖੁਦਾ ਦੀਆਂ ਕਿਸੇ ਗੱਲਾਂ ਨੂੰ ਮਿੱਟੀ 'ਚ ਮਿਲਣ ਨਹੀਂ ਦਿੱਤਾ। ਮਿੱਟੀ 'ਚ ਅਸੀਂ ਉਹਦੀਆਂ ਗੱਲਾਂ ਨੂੰ ਮਿੱਟੀ 'ਚ ਮਿਲਾ ਦਿੰਦੇ ਹਾਂ, ਅਸੀਂ ਦੱਬ ਜਾਂਦੇ ਹਾਂ। ਰੋਮੀਓ ਪਹਿਲਾ ਬਾਬ 18 ਤੇ 19 ਐਤ ਨੂੰ ਪੜ੍ਹੀਏ ਤੇ ਲਿਖਿਆ, ਖੁਦਾ ਦਾ ਗਜ਼ਬ ਉਹਨਾਂ ਬੰਦਿਆਂ ਦੀ ਤਮਾਮ ਬੇਦੀਨੀ ਤੇ ਨਾਰਾਜ਼ਗੀ ਦੀ ਵਜ੍ਹਾ ਦੇ ਨਾਲ ਫਿਰ ਅਸਮਾਨ ਦੀ ਉੱਤੋਂ ਨਾਜ਼ਲ ਹੁੰਦਾ ਹੈ। ਜਿਹੜੇ ਬੰਦੇ ਹੱਕ ਨੂੰ ਨਾਰਾਜ਼ਗੀ ਦੇ ਨਾਲ ਦਬਾ ਜਾਂਦੇ ਨੇ,
ਹੱਕ ਨੂੰ ਨਾਰਾਜ਼ਗੀ ਦੇ ਨਾਲ ਦਬਾ ਜਾਂਦੇ ਨੇ, ਕਿਉਂਕਿ ਜੋ ਕੁਝ ਖੁਦਾ ਦੀ ਨਿਸਬਤ ਮਾਲੂਮ ਹੋ ਸਕਦਾ ਹੈ ਉਹਨਾਂ ਦੇ ਬਾਤਨ ਦੇ ਅੰਦਰ ਜ਼ਾਹਰ ਹੈ। ਜੋ ਕੁਝ ਮਾਲੂਮ ਹੋ ਸਕਦਾ ਹੈ ਉਹ ਬਾਤਨ ਦੇ ਅੰਦਰ ਜ਼ਾਹਰ ਹੈ, ਪਰ ਦੱਸਦੇ ਨਹੀਂ। ਸੋ ਬਈ ਲੂਕਾ ਪਹਿਲਾ ਬਾਬ ਪਹਿਲੀ ਐਚ ਲਿਖਿਆ, ਹੁਣ ਬਹੁਤ ਸਾਰੇ ਲੋਕਾਂ ਨੇ ਕਮਰ ਨੂੰ ਬੰਨ ਲਿਆ ਹੈ ਕਿ ਜਿਸ ਤਰ੍ਹਾਂ ਤਰਤੀਬਵਾਰ ਕਲਾਮ ਹੈਗਾ ਉਸੇ ਤਰ੍ਹਾਂ ਹੀ ਬਿਆਨ ਕੀਤਾ ਜਾਵੇ, ਇਹਨੂੰ ਛਪਾਇਆ ਨਾ ਜਾਵੇ ਬਲਕਿ ਇਹਨੂੰ ਦੱਸਿਆ ਜਾਵੇ। ਦੂਸਰਾ ਤਿਮੋਥੀ 2 ਬਾਬ ਉਹਦੀ 2 ਐਤ ਨੂੰ ਪੜ੍ਹੀਏ ਤੇ ਲਿਖਿਆ ਹੈ, ਜਿਸ ਤਰ੍ਹਾਂ ਤੂੰ ਬਹੁਤ ਸਾਰੇ ਗਵਾਹਾਂ ਦੇ ਸਾਹਮਣੇ ਮੇਰੇ ਕੋਲੋਂ ਗੱਲਾਂ ਸਿੱਖੀਆਂ ਨੇ, ਸੁਣੀਆਂ ਤੇ ਸਿੱਖੀਆਂ ਨੇ, ਇਹਨਾਂ ਗੱਲਾਂ ਨੂੰ ਦਿਆਨਤਦਾਰ ਬੰਦਿਆਂ ਦੇ ਸਪੁਰਦ ਕਰ ਦੇ, ਤਾਂ ਕਿ ਗਾਂ ਅੱਗੇ ਹੋਰਨਾਂ ਨੂੰ ਵੀ ਉਹ ਦੱਸਣ। ਪ੍ਰਭੂ ਯਹੋਨਾ ਦੇ 3 ਖਤ ਨੇ, ਉਹ 3 ਖਤਾਂ ਦਾ ਲਖਾਰੀ ਕਿੱਦਾਂ ਬਣਿਆ ਹੈ। ਪਹਿਲਾ ਬਾਬ ਪਹਿਲੀ ਹੀ ਐਤ ਨੂੰ ਪੜ੍ਹੀਏ ਤੇ ਉਹ ਕਹਿੰਦਾ ਏ ਉਸ ਜ਼ਿੰਦਗੀ ਦੇ ਕਲਾਮ ਦੀ ਬਾਬਤ, ਕਹਿੰਦਾ ਜਿਸ ਨੂੰ ਕਹਿੰਦਾ ਮੈਂ ਸੁਣਿਆ, ਕਿਸ ਨੇ ਸੁਣਾਇਆ ਉਹਨੂੰ, ਉਹ ਖੁਦ ਕਹਿੰਦਾ ਮੈਂ ਸੁਣਿਆ, ਫਿਰ ਵੇਖਿਆ, ਫਿਰ ਗੌਰ ਨਾਲ ਵੇਖਿਆ, ਹੱਥਾਂ ਨਾਲ ਛੂਇਆ, ਤੇ ਉਹ ਕਹਿੰਦਾ ਮੈਂ ਜ਼ਿੰਦਾ ਹੋ ਗਿਆ। ਤੇ ਜਦੋਂ ਜ਼ਿੰਦਾ ਹੋ ਗਿਆ ਤੇ ਜ਼ਿੰਦਾ ਤੇ ਚੱਲਦਾ ਫਿਰਦਾ ਹੈ, ਫਿਰ ਉਹ ਲੋਕਾਂ ਕੋ ਜਾਂਦਾ ਹੈ। ਵੇਖੋ ਜ਼ਿੰਦਾ ਹੋ ਗਿਆ, ਉਹ ਪਿਆ ਨਹੀਂ ਰਿਹਾ ਸੀ, ਪਏ ਰਹਿੰਦੇ ਆ। ਉਹ ਲੋਕਾਂ ਨੂੰ ਕਹਿੰਦਾ ਮੇਰੀ ਸ਼ਰਾਕਤ ਬਾਪ ਦੇ ਨਾਲ ਹੋ ਗਈ ਹੈ ਤੇ ਉਸ ਦੇ ਬੇਟੇ ਖੁਦਾਵੰਦ ਯਿਸੂ ਮਸੀਹ ਦੇ ਨਾਲ ਹੋ ਗਈ ਹੈ, ਤੇ ਲੋਕਾਂ ਨੂੰ ਦਾਵਤ ਦਿੰਦਾ ਹੈ ਕਿਉਂਕਿ ਉਹ ਚੱਲਦਾ ਹੈ। ਅਸੀਂ ਡੈਡ ਹੋਏ, ਮਰੇ ਪਏ ਹਾਂ, ਅਸੀਂ ਤੇ ਇੱਥੋਂ ਤੱਕ ਮਰੇ ਹੋਏ ਹਾਂ। ਉਹ ਤੇ ਲੋਕਾਂ ਨੂੰ ਕਹਿੰਦਾ ਫਿਰਦਾ ਕਿ ਮੇਰੀ ਸ਼ਰਾਕਤ ਬਾਪ ਦੇ ਨਾਲ ਹੋ ਗਈ ਤੇ ਉਸ ਦੇ ਬੇਟੇ ਖੁਦਾਵੰਦ ਯਿਸੂ ਮਸੀਹ ਦੇ ਨਾਲ ਹੋ ਗਈ। ਦੂਜਿਆਂ ਨੂੰ ਕਹਿੰਦਾ ਤੁਸੀਂ ਵੀ ਸ਼ਰੀਕ ਹੋ ਜਾਓ। ਲੇਕਿਨ ਯਸਾਇਆ 38 ਬਾਬ 19 ਐਚ ਲਿਖਿਆ, ਜ਼ਿੰਦਾ ਹਾਂ ਜ਼ਿੰਦਾ ਹੀ ਖੁਦਾਵੰਦ ਦੀ ਸਤਾਇਸ਼ ਕਰੇਗਾ। ਜ਼ਿੰਦਾ ਹਾਂ ਜ਼ਿੰਦਾ ਹੀ ਖੁਦਾਵੰਦ ਦੀ ਸਤਾਇਸ਼ ਕਰੇਗਾ। ਜਿਸ ਤਰ੍ਹਾਂ ਅੱਜ ਦੇ ਦਿਨ ਉਸਨੇ ਆਖਿਆ ਮੈਂ ਕਰਨਾ ਹਾਂ, ਤੇ ਜਿਹੜਾ ਬਾਪ ਹੋਵੇਗਾ ਉਹ ਆਪਣੇ ਬੱਚਿਆਂ ਨੂੰ ਸੱਚਾਈ ਦੀ ਖਬਰ, ਬਈ ਪਿਓ ਦੀ ਸਿਫਤ ਇਹ ਆ, ਪਿਓ ਉਹ ਹੈ ਜਿਹੜਾ ਆਪਣੇ ਬੱਚਿਆਂ ਨੂੰ ਸੱਚਾਈ ਦੀ ਖਬਰ ਦਵੇ, ਸੱਚਾਈ ਦੀ ਖਬਰ। ਤੇ ਜ਼ਬੂਰ 119 ਉਹਦੀ 43 ਐਚ ਲਿਖਿਆ, ਹੱਕ ਗੱਲ ਨੂੰ ਮੇਰੇ ਮੂੰਹ ਤੋਂ ਜਦਾ ਨਾ ਹੋਣ ਦੇ। ਹੱਕ ਗੱਲ ਨੂੰ, ਮੇਰਾ ਤਮਾਦ ਤੇਰੇ ਕਲਾਮ ਤੇ ਆ। ਜ਼ਬੂਰ 119 ਉਹਦੀ 160 ਐਚ ਲਿਖਿਆ, ਤੇਰੇ ਕਲਾਮ ਦਾ ਖੁਲਾਸਾ ਸੱਚਾਈ। ਸੱਚਾਈ ਸੋ ਸੱਚੀਆਂ ਗੱਲਾਂ ਨੂੰ ਬੋਲ ਜਾਣਾ, ਇਹ ਆ ਚੱਲਣ, ਇਹ ਆ ਤਲੀਮ ਪਾਉਣਾ ਤੇ ਤਲੀਮ ਦੇਣਾ, ਇਹ ਆ ਜ਼ਿੰਦਾ ਹੋਣਾ, ਤੋੜੇ ਕਮਾਉਣੇ, ਇਹਨੂੰ ਦਬਾਉਣਾ ਨਹੀਂ ਬਲਕਿ ਮਸੀਹ 'ਚ ਚੱਲਣਾ। ਕਬੂਲ ਕੀਤਾ, ਦੂਸਰਿਆਂ ਨੂੰ ਕਹਿਣਾ ਤੁਸੀਂ ਵੀ ਕਬੂਲ ਕਰੋ। ਹਕੀਕਤ ਨੂੰ ਖੋਲ੍ਹਣਾ। ਮਿਸਾਲ 23 ਬਾਬ ਉਹਦੀ 16 'ਚ ਲਿਖਿਆ, ਜਦੋਂ ਤੇਰੇ ਮੂੰਹ 'ਚੋਂ ਸੱਚੀਆਂ ਗੱਲਾਂ ਨਿਕਲਣਗੀਆਂ, ਰੱਬ ਕਹਿੰਦਾ ਹੈ, ਉਸ ਵੇਲੇ ਮੇਰਾ ਦਿਲ ਸ਼ਾਦਮਾਨ ਹੋਏਗਾ। ਜ਼ਬੂਰ 6 ਤੇ 5 'ਚ ਲਿਖਿਆ, ਬੰਦਿਆ ਮਰ ਜਾਣਾ ਹੀ ਇੱਕ ਦਿਨ, ਤੇ ਮਰਿਆ ਬੰਦਾ ਫਿਰ ਮਨਾਦੀ ਨਹੀਂ ਉਹ ਕਰ ਸਕਦਾ, ਸ਼ੁਕਰਗੁਜ਼ਾਰੀ ਨਹੀਂ ਕਰ ਸਕਦਾ। ਇਸ ਤੋਂ ਪਹਿਲੇ ਕਿ ਮਰ ਜਾਈਏ, ਅੱਜ ਹੀ ਵੇਲਾ ਹੈ ਬੋਲਣ ਦਾ। ਅਮਸਾਲ 6 ਬਾਪ ਉਹਦੀ 9 'ਚ ਲਿਖਿਆ, ਕਾਹਲ ਤੂੰ ਕਦੋਂ ਤੱਕ ਸੁੱਤਿਆ ਰਹਿਣਾ ਹੀ, ਕਿ ਇਸ ਲਈ ਨੀਂਦ 'ਚੋਂ ਉੱਠਣਾ ਹੀ। ਥੋੜੀ ਜਿਹੀ ਨੀਂਦ ਇੱਕ ਹੋਰ ਝਪਕੀ, ਜ਼ਰਾ ਪੜੇ ਰਹਿਣੇ ਪਰ ਹਾਥ ਹੀ। ਤੇਰਾ ਕੰਮ ਹੈ ਖੁਦਾ 'ਚ ਵਧਣਾ, ਜੜ ਫੜਨਾ, ਤਮੀਰ ਹੋਣਾ, ਈਮਾਨ ਦੇ ਵਿੱਚ ਮਜ਼ਬੂਤ ਹੋਣਾ, ਖੁਦਾ ਦੇ ਨਾਲ ਚੱਲਣਾ। ਸੋ ਖੁਦਾ ਤੈਨੂੰ ਬੜੀ ਬਰਕਤ ਦੇਵੇ।